ਪੁੱਤਰ ਨੂੰ ਆਮ ਤੌਰ 'ਤੇ ਘਰਾਂ ਦੇ ਕਲੇਸ਼ ਘਰਾਂ 'ਚ ਹੀ ਨਿਬੜਦੇ ਨੇ, ਪਰ ਬਹੁਤ ਵੱਡੀ ਸਟੇਜ ਹੈ ਸਿੰਘੂ ਬਾਰਡਰ ਦੇ ਉੱਪਰ ਸੰਯੁਕਤ ਕਿਸਾਨ ਮੋਰਚੇ ਦੀ। ਪਿਛਲੇ ਸਮੇਂ ਦੌਰਾਨ ਇਹੋ ਜਿਹਾ ਕੁਝ ਦੇਖਣ ਨੂੰ ਨਹੀਂ ਮਿਲਿਆ ਕਿ ਕਿਸੇ ਦੇ ਘਰ ਦਾ ਕਲੇਸ਼ ਸਟੇਜ ਤੇ ਹੋਵੇ। ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਉੱਥੇ ਇਹਨਾਂ ਨੇ ਇੱਕ ਨੈਰੇਟਿਵ ਬਣਾ ਰੱਖਿਆ, ਜਿਵੇਂ ਮੋਦੀ ਨੇ ਬਣਾ ਰੱਖਿਆ ਦੇਸ਼ ਵਿੱਚ, ਕਿ ਮੋਦੀ ਦੇ ਖਿਲਾਫ ਬੋਲਣਾ ਦੇਸ਼ ਦਰੋਹ ਹੋ ਜਾਂਦਾ। ਇਹਨਾਂ ਨੇ ਜਿਹੜਾ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਕਿ ਹਰਦੀਪ ਸਿੰਘ ਆਪਣੇ ਪੁੱਤਰ ਦੀ ਸ਼ਹਾਦਤ 'ਤੇ ਰਾਜਨੀਤੀ ਕਰਦਾ ਹੈ, ਕਿਉਂਕਿ ਮੈਂ ਤਾਂ 40 ਸਾਲ ਤੋਂ ਪੰਜਾਬ ਦੀ ਰਾਜਨੀਤੀ ਵਿੱਚ ਹਾਂ। ਵੀ ਜਿਹੜੇ ਮੋਰਚੇ ਦੇ ਆਗੂ ਆ, ਉਹਨਾਂ ਦੀ ਨੀਅਤ ਵਿੱਚ ਕਿਤੇ ਨਾ ਕਿਤੇ ਖੋਟ ਹੈ। ਉਹ ਇਸ ਮੋਰਚੇ ਲਈ ਨਹੀਂ ਲੜ ਰਹੇ, ਉਹ ਕਿਸੇ ਦੇ ਕਹਿਣ 'ਤੇ ਮੋਰਚੇ ਨੂੰ ਖੁਰਦ-ਬੁਰਦ ਕਰਨਾ ਚਾਹੁੰਦੇ। ਇਹਦੇ ਵਿੱਚ ਮੇਰਾ ਕੀ ਇੰਟਰਸਟ ਹੋਊਗਾ ਜੀ ਮੋਰਚੇ ਨੂੰ ਖਤਮ ਕਰਾਉਣ 'ਤੇ? ਮੈਨੂੰ ਕੀ ਪ੍ਰਾਪਤੀ ਹੋਏਗੀ? ਜਿਹੜੀ ਮੇਰੇ ਪੁੱਤਰੇ ਦੀ ਸ਼ਹਾਦਤ ਹੋਈ ਆ, ਜਿਹੜੀ ਮੇਰੀ ਪੋਤਰੀ ਨੂੰ ਘਰੋਂ ਚਲੇਗੀ ਆ, ਸਭ ਤੋਂ ਵੱਧ ਨੁਕਸਾਨ ਤਾਂ ਮੇਰਾ ਹੋਊਗਾ। ਰਾਜੇਵਾਲ ਦੀ ਸਟੇਟਮੈਂਟ ਔਨ ਰਿਕਾਰਡ ਆ। ਇਹਨੂੰ ਪੁੱਛਿਆ ਗਿਆ ਕਿ ਜਿਨ੍ਹਾਂ ਬੱਚਿਆਂ ਦੇ ਖਿਲਾਫ ਜਾਂ ਕਿਸਾਨਾਂ ਦੇ ਖਿਲਾਫ ਉੱਥੇ ਮੁਕੱਦਮੇ ਦਰਜ ਹੋਏ ਨੇ ਦਿੱਲੀ, ਉਹਨਾਂ ਦੇ ਖਿਲਾਫ ਤੁਹਾਡਾ ਕੀ ਕਹਿਣਾ? ਕਹਿੰਦਾ ਜੀ ਉਹ ਪੁਲਿਸ ਮੈਟਰ ਹੈ, ਉਹ ਪੁਲਿਸ ਜਾਣੇ। ਪੁਲਿਸ ਕਿਉਂ ਜਾਣੇ ਬਈ? ਤੁਸੀਂ ਦਿਓ ਜਵਾਬ, ਤੁਹਾਡੀ ਕਾਲ 'ਤੇ ਉਹ ਦਿੱਲੀ ਗਏ ਨੇ। ਜ਼ਿਆਦਾ ਜੋਗਿੰਦਰ ਯਾਦਵ ਜਿਹਨੂੰ ਸਾਰਿਆਂ ਤੋਂ ਮੋਢਿਆਂ 'ਤੇ ਚੜਾਈ ਫਿਰਦੇ ਆ, ਉਹਦੀ ਸਟੇਜ ਦਾ ਮੈਂ ਸਰਵੇ ਕਰਵਾਇਆ ਸੀ ਜਿੱਦਣ ਉਹ ਇੱਥੇ ਬੋਲਿਆ ਸੀਗਾ ਆਪਣੇ ਕਰਨਾਲ ਵਾਲੀ ਸਟੇਜ ਤੋਂ। ਸਿੱਧਾ ਮੇਰੇ ਵੱਲ ਇਸ਼ਾਰਾ ਸੀ ਉਹਦਾ। ਜੋ ਕਹਤੇ ਹੈ ਮੋਰਚਾ ਕਮਜ਼ੋਰ ਪੜ ਗਿਆ, ਉਹ ਦੇਖ ਲੈ ਮੋਰਚਾ ਕਿਤਨਾ ਕਮਜ਼ੋਰ ਪੜ ਗਿਆ। ਉਹਨੂੰ ਬਹੁਤ ਸਾਰੀਆਂ ਕਾਲਾਂ ਕਰਵਾਈਆਂ ਗਈਆਂ ਵੀ ਨਵਰੀਤ ਦੇ ਨਾਂ 'ਤੇ ਤੇਰੇ ਪਿਓ ਨੇ ਤਾਂ ਕਰੋੜਾਂ ਰੁਪਏ ਦਾ ਫੰਡ ਇਕੱਠਾ ਕਰ ਲਿਆ, ਤੇਰੇ ਕੋਲ ਕੋਈ ਰੁਪਈਆ ਆਇਆ ਕਿ ਨਹੀਂ ਆਇਆ? ਮੇਰੇ ਘਰ 'ਚ ਇਹ ਕਲੇਸ਼ ਪਾ ਕੇ ਮੇਰੀ ਜ਼ਮਾਨਬੰਦੀ ਕਰਾਉਣਾ ਚਾਹੁੰਦੇ ਸੀਗੇ, ਔਰ ਇਹ ਹੋਣਾ ਨਹੀਂ। ਇਹ ਸਵਾਲ ਤਾਂ ਮੇਰੇ ਖੜ੍ਹੇ ਆ ਨਾ ਉੱਥੇ ਇਹਨਾਂ ਦੇ ਸਾਹਮਣੇ, ਵੀ ਤੁਸੀਂ ਜਿਹੜੀ 9 ਮਹੀਨਿਆਂ ਤੋਂ ਜਿਹੜੀ ਇਹ ਮੋਰਚੇ ਦੀ ਬਰਬਾਦੀ ਕੀਤੀ ਹੈ, ਤੁਹਾਡੀ ਮਨਸ਼ਾ ਇਹ ਹੀ ਆ ਵੀ ਲੋਕ ਇੱਥੋਂ ਨਿਰਾਸ਼ ਹੋ ਕੇ ਚਲੇ ਜਾਣ, ਅਤੇ ਅਸੀਂ ਇਹ ਕਹਿ ਕੇ ਇੱਥੋਂ ਚਲੇ ਜਾਈਏ ਵੀ ਹੁਣ ਲੋਕ ਹੀ ਕੋਈ ਨਹੀਂ ਰਹੇ ਅਤੇ ਅਸੀਂ ਇੱਥੇ ਕੀ ਕਰੀਏ। ਧਿਰਾ ਜਿਹੜੀ ਸਾਡੇ ਕਾਤਲਾਂ ਦੇ ਨਾਲ ਖੜ੍ਹੀ ਸੀ, ਦਿੱਲੀ ਵਾਲਿਆਂ ਨਾਲ ਖੜ੍ਹੀ ਸੀਗੀ, ਔਰ ਸਾਡੇ ਮੁਖਬਰ ਵੀ ਸੀਗੇ, ਸਾਡੇ ਕਾਤਲ ਸੀ, ਔਰ ਉਹ ਹੁਣ ਕਹਿੰਦੇ ਆ ਉਹ ਵੀ ਅਸੀਂ ਸਿਰਫ ਮਰਵਾਏ ਨਹੀਂ, ਅਸੀਂ ਆਪ ਵੀ ਮਾਰੇ ਆ। ਉਹਦੇ ਵਿੱਚ ਜੋਗਿੰਦਰ ਯਾਦਵ ਵੀ ਹੈ, ਔਰ ਇਹੋ ਜਿਹੇ ਹੋਰ ਵੀ ਲੋਕ ਹੈਗੇ ਜਿਹੜੇ ਸਿੱਖਾਂ ਦੇ ਦੁਸ਼ਮਣ ਹੈ। ਹੁਣ ਤੁਸੀਂ ਮੈਨੂੰ ਦੱਸੋ ਵੀ ਕੇਸਰੀ ਨਿਸ਼ਾਨ ਸਾਹਿਬ ਲਾਲ ਕਿਲ੍ਹੇ 'ਤੇ ਚੜ੍ਹੇ ਦਾ ਸਭ ਤੋਂ ਵੱਡਾ ਜਿਹੜਾ ਬਵਾਲ ਖੜ੍ਹਾ ਕੀਤਾ ਉਹ ਕੌਣ ਸੀ? ਉਹ ਜੋਗਿੰਦਰ ਯਾਦਵ ਹੀ ਸੀਗਾ। ਉਹਦੇ ਨਾਲ ਜਿਹੜਾ ਦੀਪ ਸਿੰਘ ਵਾਲਾ ਸੀ ਉਹ ਕੌਣ ਸੀਗਾ? ਉਹ ਕਾਮਰੇਡ ਹੀ ਸੀਗਾ। ਕਿਸਾਨੀ ਸੰਘਰਸ਼ ਦੇ 9 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਬੇੜੀ ਕਿਸੇ ਤਣ ਪੱਤਣ ਨਹੀਂ ਲੱਗੀ, ਪਰ ਪਿਛਲੇ ਸਮੇਂ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਨਵਰੀਤ ਸਿੰਘ ਦੇ ਪਿਤਾ ਦੇ ਵੱਲੋਂ ਜੋ ਉਹਨਾਂ ਦੇ ਦਾਦੇ ਦੇ ਉੱਪਰ ਹਰਦੀਪ ਸਿੰਘ ਡਿਬਡਿਬਾ ਦੇ ਉੱਪਰ ਕਈ ਇਲਜ਼ਾਮ ਲਗਾਏ ਗਏ, ਉਸ ਦੇ ਸਬੰਧ ਦੇ ਵਿੱਚ ਅੱਜ ਡਿਬਡਿਬਾ ਵੱਲੋਂ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਕਈ ਇਲਜ਼ਾਮ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਉੱਪਰ ਲਗਾਏ ਗਏ। ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਹਰਦੀਪ ਸਿੰਘ ਡਿਬਡਿਬਾ ਜੀ ਮੌਜੂਦ ਨੇ। ਪਿਛਲੇ ਸਮੇਂ ਦੌਰਾਨ ਤੁਹਾਡੇ ਉੱਪਰ ਸਵਾਲ ਉੱਠੇ, ਤੁਹਾਡੇ ਆਪਣੇ ਪੁੱਤਰ ਵੱਲੋਂ ਸਵਾਲ ਉਠਾਏ ਗਏ, ਕੀ ਵਜ੍ਹਾ ਸੀ ਕਿ ਉਹਨਾਂ ਨੂੰ ਸਟੇਜ 'ਤੇ ਆ ਕੇ ਜਿਹੜਾ ਘਰ ਦਾ ਕਲੇਸ਼ ਸੀ, ਆਮ ਤੌਰ 'ਤੇ ਘਰ ਦੇ ਵਿੱਚ ਹੀ ਹੁੰਦਾ ਹੈ, ਉਹ ਜਿਹੜਾ ਕਲੇਸ਼ ਸੀ ਘਰ ਦਾ, ਉਹ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਦੇ ਉੱਪਰ ਆ ਗਿਆ? ਦੇਖੋ ਜੀ, ਜੇ ਤਾਂ ਉਹ ਘਰ ਦਾ ਹੀ ਕਲੇਸ਼ ਹੁੰਦਾ ਫਿਰ ਤਾਂ ਉਹ ਪਰਿਵਾਰ ਦੀ ਪੰਚਾਇਤ ਵਿੱਚ ਹੁਣ ਬੈਠਣਾ ਚਾਹੀਦਾ ਸੀ, ਪਰਿਵਾਰ ਦੇ ਵਿੱਚ ਹੋਣਾ ਚਾਹੀਦਾ ਸੀ ਉਹਦਾ ਨਿਪਟਾਰਾ। ਔਰ ਜੇ ਵੱਧ ਤੋਂ ਵੱਧ ਜੇ ਉਹਨੇ ਕੋਈ ਗੱਲ ਕਹਿਣੀ ਸੀਗੀ, ਜੇ ਉਹ ਆਪਣੇ ਵੱਲੋਂ ਹੀ ਕਰ ਰਿਹਾ ਹੁੰਦਾ ਤਾਂ ਉਹ ਇੱਕ ਪ੍ਰੈਸ ਕਾਨਫਰੰਸ ਕਰ ਸਕਦਾ ਸੀ। ਪਰ ਇਸ ਦਾ ਕਾਰਨ ਕੀ ਸੀ? ਕਿਉਂਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਲੇਸ਼ ਤਾਂ ਘਰ ਦੇ ਵਿੱਚ ਹੀ ਹੁੰਦਾ ਹੈ। ਕਿਹੜੇ ਲੋਕ ਸਨ ਜਿਨ੍ਹਾਂ ਨੇ ਕੋਈ ਪ੍ਰੇਰਨਾ ਕੀਤੀ, ਉਸ ਨੂੰ ਮਜਬੂਰ ਕੀਤਾ ਤੁਹਾਡੇ ਪੁੱਤਰ ਨੂੰ? ਆਮ ਤੌਰ 'ਤੇ ਘਰਾਂ ਦੇ ਕਲੇਸ਼ ਘਰਾਂ 'ਚ ਹੀ ਨਿਬੜਦੇ ਨੇ, ਪਰ ਬਹੁਤ ਵੱਡੀ ਸਟੇਜ ਹੈ ਸਿੰਘੂ ਬਾਰਡਰ ਦੇ ਉੱਪਰ ਸੰਯੁਕਤ ਕਿਸਾਨ ਮੋਰਚੇ ਦੀ। ਪਿਛਲੇ ਸਮੇਂ ਦੌਰਾਨ ਇਹੋ ਜਿਹਾ ਕੁਝ ਦੇਖਣ ਨੂੰ ਨਹੀਂ ਮਿਲਿਆ ਕਿ ਕਿਸੇ ਦੇ ਘਰ ਦਾ ਕਲੇਸ਼ ਸਟੇਜ 'ਤੇ ਹੋਵੇ। ਕਿਉਂਕਿ ਮੇਰੇ ਕੁਝ ਸਵਾਲ ਸੀਗੇ ਮੋਰਚੇ ਦੇ ਆਗੂਆਂ ਨੂੰ, ਕਿਉਂਕਿ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਉੱਥੇ ਇਹਨਾਂ ਨੇ ਇੱਕ ਨੈਰੇਟਿਵ ਬਣਾ ਰੱਖਿਆ, ਜਿਵੇਂ ਮੋਦੀ ਨੇ ਬਣਾ ਰੱਖਿਆ ਦੇਸ਼ ਵਿੱਚ, ਕਿ ਮੋਦੀ ਦੇ ਖਿਲਾਫ ਬੋਲਣਾ ਦੇਸ਼ ਦਰੋਹ ਹੋ ਜਾਂਦਾ। ਔਰ ਇਹਨਾਂ ਨੇ ਸਟੇਜ 'ਤੇ ਇਹ ਨੈਰੇਟਿਵ ਇੱਥੇ ਵੀ ਬਣਾ ਲਿਆ ਵੀ ਜੇ ਜਿਹੜੇ ਆਗੂ ਆ ਸਟੇਜ ਦੇ ਉੱਤੇ, ਉਹਨਾਂ ਦੇ ਖਿਲਾਫ ਸਵਾਲ ਕਰਨਾ ਜਿਹੜਾ ਉਹ ਮੋਰਚੇ ਦਾ ਵਿਰੋਧੀ ਹੋਣਾ, ਜਦ ਕਿ ਐਸਾ ਨਹੀਂ ਹੁੰਦਾ। ਜਿਹੜੇ ਮੋਰਚੇ ਦੀ ਅਗਵਾਈ ਕਰ ਰਹੇ ਆ, ਜਿਹੜੇ ਦਾਅਵਾ ਕਰਦੇ ਆ ਕਿ ਅਸੀਂ ਮੋਰਚੇ ਦੇ ਆਗੂ ਹਾਂ, ਅਤੇ ਜਿਹੜੇ ਉਹਨਾਂ ਨਾਲ ਲਈ ਆਪਣੀ ਜਾਨ ਤਲੀ 'ਤੇ ਤੱਕ ਰੱਖ ਕੇ ਲੜ ਰਹੇ ਨੇ, ਉਹਨਾਂ ਦਾ ਅਧਿਕਾਰ ਹੈ ਕਿ ਉਹਨਾਂ ਨੂੰ ਸਵਾਲ ਪੁੱਛੇ। ਔਰ ਜਦੋਂ ਕੋਈ ਸਵਾਲ ਪੁੱਛਦਾ ਹੈ ਉਦੋਂ ਉਹਨੂੰ ਜਵਾਬ ਦੇਣ ਦੀ ਬਜਾਏ ਉਹਨੂੰ ਧਮਕਾਇਆ ਜਾਂਦਾ ਹੈ। ਔਰ ਮੇਰੇ ਮਾਮਲੇ 'ਚ ਇਹ ਸੀ ਕਿ ਮੈਨੂੰ ਧਮਕਾ ਨਹੀਂ ਸੀ ਸਕਦੇ, ਮੇਰੀ ਜ਼ੁਬਾਨ ਨਹੀਂ ਬੰਦ ਕਰ ਸਕਦੇ ਸੀ, ਕਿਉਂਕਿ ਮੈਂ ਜੇ ਕਿਸੇ ਨੂੰ ਮਤਲਬ ਇਹਨਾਂ ਨੇ ਜਿਹੜਾ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਕਿ ਹਰਦੀਪ ਸਿੰਘ ਆਪਣੇ ਪੁੱਤਰ ਦੀ ਸ਼ਹਾਦਤ 'ਤੇ ਰਾਜਨੀਤੀ ਕਰਦਾ ਹੈ, ਕਿਉਂਕਿ ਮੈਂ ਤਾਂ 40 ਸਾਲ ਤੋਂ ਪੰਜਾਬ ਦੀ ਰਾਜਨੀਤੀ ਵਿੱਚ ਹਾਂ। ਮੈਂ 3 ਕਿਤਾਬਾਂ ਲਿਖੀਆਂ, ਮੇਰੀਆਂ ਮੋਰਚਿਆਂ ਦੇ ਉੱਤੇ ਹੀ ਕਿਤਾਬਾਂ ਨੇ
ਕਿਵੇਂ ਮੋਰਚੇ ਖੜੇ ਹੋਏ, ਕਿਵੇਂ ਲੋਕਾਂ ਨੇ ਸੰਘਰਸ਼ ਲੜੇ ਔਰ ਕਿਵੇਂ ਉਹ ਸੰਘਰਸ਼ ਵਿਕੇ। ਔਰ ਇਸ ਮੋਰਚੇ 'ਤੇ ਵੀ ਮੈਂ ਆਪਣੀ ਬੁੱਕ ਦੀ ਤਿਆਰੀ ਕਰ ਰਿਹਾ ਸੀਗਾ, ਮੈਂ ਇਸ ਮੋਰਚੇ ਦਾ ਕੀ ਅਸਰ ਹੁੰਦਾ ਮੈਂ ਉਹਨੂੰ ਲਿਖਣਾ ਹੈ। ਇਸ ਲਈ ਮੇਰੀ ਹਰ ਇੱਕ ਚੀਜ਼ 'ਤੇ ਨਜ਼ਰ ਸੀਗੀ। ਔਰ 26 ਜਨਵਰੀ ਦੀ ਇਹ ਘਟਨਾ ਵਾਪਰ ਗਈ। ਘਟਨਾ ਵਾਪਰਨ ਤੋਂ ਬਾਅਦ ਜਿਹੜਾ ਇਹਨਾਂ ਦਾ ਨਜ਼ਰੀਆ ਸੀ ਨਵਰੀਤ ਦੀ ਸ਼ਹਾਦਤ 'ਤੇ, ਉੱਥੋਂ ਹੀ ਸ਼ੱਕ ਪੈਣਾ ਸ਼ੁਰੂ ਹੋ ਗਿਆ ਵੀ ਜਿਹੜੇ ਮੋਰਚੇ ਦੇ ਆਗੂ ਆ ਉਹਨਾਂ ਦੀ ਨੀਅਤ ਵਿੱਚ ਕਿਤੇ ਨਾ ਕਿਤੇ ਖੋਟ ਹੈ। ਉਹ ਇਸ ਮੋਰਚੇ ਲਈ ਨਹੀਂ ਲੜ ਰਹੇ, ਉਹ ਕਿਸੇ ਦੇ ਕਹਿਣ 'ਤੇ ਮੋਰਚੇ ਨੂੰ ਖੁਰਦ-ਬੁਰਦ ਕਰਨਾ ਚਾਹੁੰਦੇ ਆ। ਔਰ ਉਹ ਸਾਰੀਆਂ ਚੀਜ਼ਾਂ ਦੇ ਲੱਛਣ ਸਾਹਮਣੇ ਆ ਰਹੇ ਸੀ। ਪਰ ਇਲਜ਼ਾਮ ਤੁਹਾਡੇ ਤੇ ਲੱਗੇ ਕਿ ਤੁਸੀਂ ਮੋਰਚੇ ਨੂੰ ਨੁਕਸਾਨ ਪਹੁੰਚਾ ਰਹੇ ਹੋ। ਲਗਾਤਾਰ ਤੁਹਾਡੇ ਤੇ ਇਲਜ਼ਾਮ ਲੱਗਦੇ ਰਹੇ ਕਿ ਲੋਕ ਤਾਂ ਮੋਰਚੇ ਦੇ ਨਾਲ ਨੇ, ਪਰ ਹਰਦੀਪ ਸਿੰਘ ਡਿਬਡਬਾ ਪਿਛਲੇ ਸਮੇਂ ਤੋਂ ਮੋਰਚੇ ਨੂੰ ਖਤਮ ਕਰਵਾਉਣਾ ਚਾਹੁੰਦੇ ਨੇ। ਇਹਦੇ ਵਿੱਚ ਮੇਰਾ ਕੀ ਇੰਟਰਸਟ ਹੋਊਗਾ ਜੀ ਮੋਰਚੇ ਨੂੰ ਖਤਮ ਕਰਾਉਣ 'ਤੇ? ਮੈਨੂੰ ਕੀ ਪ੍ਰਾਪਤੀ ਹੋਏਗੀ? ਜਿਹੜੇ ਮੇਰੇ ਪੋਤਰੇ ਦੀ ਸ਼ਹਾਦਤ ਹੋਈ ਆ, ਜਿਹੜੀ ਮੇਰੀ ਪੋਤਰੀ ਨੂੰ ਘਰੋਂ ਚਲੇ ਗਈ ਆ, ਸਭ ਤੋਂ ਵੱਧ ਨੁਕਸਾਨ ਤਾਂ ਮੇਰਾ ਹੋਊਗਾ। ਜੇ ਸੀ ਉਸ ਦੀ ਸ਼ਹਾਦਤ ਰੁਲ ਜਾਏਗੀ ਨਾਲ, ਜੇ ਮੋਰਚਾ ਬਿਨਾਂ ਕਿਸੇ ਪ੍ਰਾਪਤੀ ਤੋਂ ਉੱਠਦਾ ਹੈ, ਅਤੇ ਉਹਦੀ ਸ਼ਹਾਦਤ ਦਾ ਜ਼ਿਕਰ ਵੀ ਨਹੀਂ ਹੋਣਾ ਕਿਤੇ। ਠੀਕ ਹੈ ਨਾ ਜੀ? ਅਤੇ ਇਹ ਇਲਜ਼ਾਮ ਤਾਂ ਮੇਰੇ 'ਤੇ ਲਾ ਨਹੀਂ ਸੀ ਸਕਦੇ। ਲਾਏ ਸਾਰੇ ਇਲਜ਼ਾਮ ਇਹਨਾਂ ਨੇ ਲਾ ਕੇ ਵੇਖੇ, ਰਾਜਨੀਤੀ ਕਰਦਾ, ਸਭ ਕੁਛ ਕਰਦਾ। ਰਾਜਨੀਤੀ ਕਰਨ ਦੀ ਗੱਲ ਇਹ ਜਿਹੜੀ ਮੈਨੂੰ ਕਹਿੰਦੇ ਇਹ ਤਾਂ ਕਹਿ ਸਕਦੇ ਸੀ ਜੇ ਮੈਂ ਨਵਰੀਤ ਦੀ ਸ਼ਹਾਦਤ ਤੋਂ ਬਾਅਦ ਰਾਜਨੀਤੀ ਵਿੱਚ ਆਉਂਦਾ। ਮੈਂ ਤਾਂ ਪਹਿਲਾਂ ਹੀ ਰਾਜਨੀਤੀ 'ਚ ਹਾਂ, ਅਤੇ ਜੇ ਮੈਂ ਰਾਜਨੀਤੀ ਕਰਨੀ ਹੁੰਦੀ ਤਾਂ ਫਿਰ ਮੈਨੂੰ ਮੋਰਚੇ 'ਤੇ ਕਰਨ ਦੀ ਕੀ ਲੋੜ ਸੀ? ਮੇਰੇ ਤਾਂ ਘਰ ਤੱਕ ਗਈਆਂ ਸਾਰੀਆਂ ਰਾਜਨੀਤਿਕ ਪਾਰਟੀਆਂ, ਔਰ ਆਵਾਜ਼ਾਂ ਵੀ ਮਾਰਦੀਆਂ ਸੀ, ਅੱਜ ਵੀ ਮਾਰਦੀਆਂ। ਮੈਂ ਕਿਸੇ ਨਾਲ ਵੀ ਚਲੇ ਜਾਂਦਾ। ਮੈਂ ਇਹਨਾਂ ਦੇ ਨਾਲ ਲੜ ਕੇ ਫਿਰ ਰਾਜਨੀਤੀ ਕਰਨੀ ਸੀ, ਇੱਥੇ ਕਰਨੀ ਸੀ ਰਾਜਨੀਤੀ ਕੋਈ ਮੈਂ? ਇਹ ਸਾਰੀਆਂ ਚੀਜ਼ਾਂ ਬੇਬੁਨਿਆਦ ਨੇ। ਰੌਲਾ ਇਹ ਹੀ ਆ ਵੀ ਮੇਰੇ ਸਵਾਲਾਂ ਦੇ ਜਵਾਬ ਨਹੀਂ ਹੈਗੇ। ਸਵਾਲ ਮੁੱਖ ਕਿਹੜੇ ਨੇ ਤੁਹਾਡੇ ਜਿਹੜੇ ਜਵਾਬ ਜਿੱਥੋਂ ਉਹਨਾਂ ਨੂੰ ਖਤਰਾ ਲੱਗਣ ਲੱਗ ਗਿਆ ਕਿ ਹਰਦੀਪ ਸਿੰਘ ਡਿਬਡਬਾ ਜਿਹੜੇ ਨੇ ਉਹ ਸਾਡਾ ਨੁਕਸਾਨ ਕਰ ਸਕਦੇ ਨੇ? ਉਹਨਾਂ ਨੂੰ ਕਿਸ ਗੱਲ ਦਾ ਖਤਰਾ ਸੀ? ਕਿਹੜੇ ਸਵਾਲਾਂ ਦਾ ਖਤਰਾ ਸੀ ਤੁਹਾਡੇ? ਸਭ ਤੋਂ ਵੱਡਾ ਸਵਾਲ ਮੇਰਾ ਇਹ ਸੀਗਾ ਕਿ ਨਵਰੀਤ ਦੀ ਸ਼ਹਾਦਤ ਨੂੰ ਤੁਸੀਂ ਜੇ ਔਨ ਨਹੀਂ ਕੀਤਾ ਤਾਂ ਇਹਦੇ ਪਿੱਛੇ ਕੋਈ ਸਾਜ਼ਿਸ਼। ਕਿਉਂਕਿ ਜੇ ਨਵਰੀਤ ਦੀ ਸ਼ਹਾਦਤ ਨੂੰ ਮੋਰਚਾ ਔਨ ਕਰਦਾ ਹੈ ਅਤੇ ਫਿਰ ਜਿਵੇਂ ਹਰਿਆਣੇ ਦੇ ਵਿੱਚ ਹੋਏ ਕਿਸਾਨ ਸ਼ਹੀਦ ਦੇ ਬਾਅਦ ਜੋ ਕੁਛ ਹੋਇਆ ਹੈ, ਕਾਤਲਾਂ ਦੀ ਪਛਾਣ ਹੋਣੀ ਸੀਗੀ, ਉਹਦੀ ਜ਼ਿੰਮੇਵਾਰੀ ਤੈਅ ਹੋਣੀ ਸੀਗੀ, ਅਤੇ ਉਸ ਤੋਂ ਇਨਸਾਫ ਲਿਆ ਜਾਣਾ ਸੀਗਾ। ਜਿਹੜਾ ਇਹਨਾਂ ਨੇ ਪਹਿਲੇ ਦਿਨ ਤੋਂ ਹੀ ਇਹ ਪੈਂਤੜਾ ਹੀ ਨਹੀਂ ਲਿਆ ਵੀ ਨਵਰੀਤ ਦੀ ਸ਼ਹਾਦਤ ਨੂੰ ਔਨ 'ਤੇ ਕੀ ਕਰਨਾ ਸੀ। ਨਾ ਕਿਸੇ ਨੂੰ ਜ਼ਿੰਮੇਵਾਰ ਠਹਿਰਾਇਆ, ਨਾ ਇੱਕ ਵੀ ਸਵਾਲ ਸਰਕਾਰ ਤੋਂ ਪੁੱਛਿਆ ਵੀ ਪੀਸਫੁੱਲ ਅੰਦੋਲਨ ਦੇ ਉੱਤੇ ਗੋਲੀ ਕਿਵੇਂ ਚੱਲੀ ਅਤੇ ਉਹ ਜਿਹੜਾ ਸਿੰਘ ਸ਼ਹੀਦ ਹੋਇਆ ਉਹਦੇ ਜ਼ਿੰਮੇਵਾਰ ਕੌਣ ਹੈ? ਇਹ ਸਵਾਲ ਤਾਂ ਮੋਰਚੇ ਦਾ ਉਹਨਾਂ ਨੂੰ ਬਣਦਾ ਸੀ ਨਾ। ਅਤੇ ਜਦੋਂ ਇਹਨਾਂ ਨੇ ਉਹਨਾਂ ਨੂੰ ਸਵਾਲ ਨਹੀਂ ਕੀਤਾ, ਤਾਂ ਮੈਂ ਇਹਨਾਂ ਨੂੰ ਇਹ ਸਵਾਲ ਕੀਤਾ ਵੀ ਇਹ ਸਵਾਲ ਕਿਉਂ ਨਹੀਂ ਕੀਤਾ ਤੁਸੀਂ? ਉਹਦਾ ਜਵਾਬ ਮੈਨੂੰ ਨਹੀਂ ਦਿੰਦੇ ਵੀ ਅਸੀਂ ਸਵਾਲ ਕਿਉਂ ਨਹੀਂ ਕੀਤਾ, ਅੱਜ ਤੱਕ ਨਹੀਂ ਕੀਤਾ। ਅਤੇ ਮੈਨੂੰ ਸਵਾਲ ਦਾ ਜਵਾਬ ਦੇਣ ਦੇ ਬਜਾਏ ਮੇਰੇ 'ਤੇ ਐਲੀਗੇਸ਼ਨ ਲਾਉਣੇ ਸ਼ੁਰੂ ਕਰਤੇ। ਮੇਰਾ ਸਵਾਲ ਖਿਰਲਾ ਮੇਰੇ ਆਪਣੇ ਪੋਤਰੇ ਦੀ ਸ਼ਹਾਦਤ ਨੂੰ ਲੈ ਕੇ ਨਹੀਂ ਸੀਗਾ। ਮੇਰਾ ਸਵਾਲ ਇਹ ਵੀ ਸੀ ਨਾਲ ਵੀ ਰਾਜੇਵਾਲ ਦੀ ਸਟੇਟਮੈਂਟ ਜਿੱਥੇ ਮੇਰੇ ਪੋਤਰੇ ਨੂੰ ਲੈ ਕੇ ਸੀ ਵੀ ਮੇਰੀ ਤਾਂ ਜਾਣਕਾਰੀ 'ਚ ਨਹੀਂ ਹੈਗਾ, 6 ਦਿਨ ਬਾਅਦ ਵੀ ਜਦੋਂ ਸਾਰੀ ਦੁਨੀਆ ਜਾਣ ਗਈ ਸੀ। ਅਤੇ ਮੇਰਾ ਸਵਾਲ ਨਾਲ ਇਹ ਵੀ ਸੀਗਾ ਵੀ ਜਿਹੜੇ ਨੌਜਵਾਨਾਂ ਦੇ ਉੱਤੇ ਤੁਸੀਂ ਇਲਜ਼ਾਮ ਲਾਏ ਆ, ਉਹਨਾਂ ਨੂੰ ਗਦਾਰ ਤੱਕ ਕਿਹਾ ਹੈ, ਅਤੇ ਸਰਕਾਰ ਨੇ ਉਹਨਾਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਨੇ। ਉਹ 200-300 ਬੱਚੇ ਨੇ ਜਿਨ੍ਹਾਂ ਦੇ ਖਿਲਾਫ ਮੁਕੱਦਮੇ ਦਰਜ ਹੋਏ ਨੇ, ਅਤੇ ਤੁਸੀਂ ਇੱਕ ਸਿਰੇ ਉਹਨਾਂ ਨੂੰ ਸਰਕਾਰ ਦੀ ਜ਼ਿੰਮੇ ਛੱਡਤਾ। ਰਾਜੇਵਾਲ ਦੀ ਸਟੇਟਮੈਂਟ ਔਨ ਰਿਕਾਰਡ ਆ। ਇਹਨੂੰ ਪੁੱਛਿਆ ਗਿਆ ਕਿ ਜਿਨ੍ਹਾਂ ਬੱਚਿਆਂ ਦੇ ਖਿਲਾਫ ਜਾਂ ਕਿਸਾਨਾਂ ਦੇ ਖਿਲਾਫ ਉੱਥੇ ਮੁਕੱਦਮੇ ਦਰਜ ਹੋਏ ਨੇ ਦਿੱਲੀ, ਉਹਨਾਂ ਦੇ ਖਿਲਾਫ ਤੁਹਾਡਾ ਕੀ ਕਹਿਣਾ? ਕਹਿੰਦਾ ਜੀ ਉਹ ਪੁਲਿਸ ਮੈਟਰ ਹੈ, ਉਹ ਪੁਲਿਸ ਜਾਣੇ। ਪੁਲਿਸ ਕਿਉਂ ਜਾਣੇ ਬਈ? ਤੁਸੀਂ ਦਿਓ ਜਵਾਬ। ਤੁਹਾਡੀ ਕਾਲ 'ਤੇ ਉਹ ਦਿੱਲੀ ਗਏ ਨੇ, ਤੁਸੀਂ ਕਿਉਂ ਨਹੀਂ ਉਹਨਾਂ ਬਾਰੇ ਉਹਨਾਂ ਦੇ ਵਾਰਿਸ ਕਿਉਂ ਨਹੀਂ ਬਣਦੇ? ਮੇਰਾ ਇਹ ਸਵਾਲ ਸੀ ਇਹਨਾਂ ਨੂੰ। ਉਹਦਾ ਜਵਾਬ ਅੱਜ ਤੱਕ ਨਹੀਂ ਹੈਗਾ ਵੀ ਉਹਨਾਂ ਦੇ ਵਾਰਿਸ ਕਿਉਂ ਨਹੀਂ ਬਣੇ। ਫਿਰ ਮੈਨੂੰ ਤੁਸੀਂ ਦੱਸੋ ਬਈ ਸਾਰੇ ਜਿਹੜੇ ਲੋਕ ਜਿਨ੍ਹਾਂ ਦੀਆਂ ਜ਼ਮਾਨਤਾਂ ਹੋਈਆਂ, ਸਾਰਿਆਂ ਦਾ ਕ੍ਰੈਡਿਟ ਦਿੱਲੀ ਵਾਲਾ ਹੈਗਾ, ਸਿਰਸਾ ਜਿਹੜਾ ਮਨਜਿੰਦਰ ਸਿੰਘ ਉਹ ਲੈ ਰਿਹਾ। ਆਪਾਂ ਸਾਰਿਆਂ ਨੇ ਵੇਖਿਆ, ਤੁਸੀਂ ਵੀ ਮੀਡੀਆ ਵਾਲਿਆਂ ਨੇ ਵੇਖਿਆ ਵੀ ਉੱਥੇ ਇੱਕ ਵੀ ਕਿਸਾਨ ਆਗੂ ਕਿਉਂ ਨਹੀਂ ਸੀ ਖੜ੍ਹਾ ਹੋਇਆ, ਫਿਰ ਉਹਨਾਂ ਦੀ ਪੈਰਵੀ ਕਿਉਂ ਨਹੀਂ ਸੀ ਕਰ ਰਿਹਾ। 30 ਲੱਖ ਦਾ ਬੌਂਡ ਜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੀਆਂ ਜ਼ਮਾਨਤਾਂ 'ਤੇ ਕਰਾਉਂਦੀ ਹੈ, ਕਿ ਮੋਰਚੇ ਕੋਲ 30 ਲੱਖ ਰੁਪਈਆ ਹੈ ਨਹੀਂ ਸੀ? ਪਰ ਕਿਉਂ ਨਹੀਂ ਕੀਤਾ ਗਿਆ? ਜੇ ਇਹ ਉਹਨਾਂ ਦੇ ਵਾਰਸ ਬਣਦੇ, ਨਵਰੀਤ ਦੇ ਵਾਰਸ ਬਣਦੇ, ਅਤੇ ਫਿਰ ਸਵਾਲ ਸਰਕਾਰ 'ਤੇ ਉੱਠਦਾ ਸੀ। ਠੀਕ ਹੈ, ਜੇ ਉਹਨਾਂ ਨੌਜਵਾਨਾਂ ਦੇ ਵਾਰਸ ਬਣਦੇ ਅਤੇ ਫਿਰ ਮੋਰਚੇ ਦੇ ਵਿੱਚ ਪਿੱਛੇ ਇੱਕ ਮੈਸੇਜ ਜਾਂਦਾ ਸੀਗਾ ਵੀ ਲੋਕ ਜਿਹੜੇ ਮੋਰਚੇ ਦੇ ਵਿੱਚ ਜਿਨ੍ਹਾਂ ਦੇ ਖਿਲਾਫ ਕੇਸ ਹੋਏ ਉਹਨਾਂ ਦਾ ਮੋਰਚਾ ਵਾਰਸ ਖੜ੍ਹਾ ਹੈ, ਅਤੇ ਮੋਰਚੇ ਦੇ ਵਿੱਚ ਲੋਕਾਂ ਨੇ ਰੈਗੂਲਰ ਆਉਣਾ ਸੀ। ਹੁਣ ਹਰ ਮਾਂ ਪਿਓ ਨੇ ਆਪਣੇ ਬੱਚੇ ਨੂੰ ਇਹ ਕਹਿ ਕੇ ਘਰੇ ਵਾੜ ਲਿਆ ਵੀ ਉੱਥੇ ਗਿਆਨ ਦਾ ਕੁਛ ਨਹੀਂ ਬਣਦਾ। ਜਿਨ੍ਹਾਂ ਦੇ ਖਿਲਾਫ ਕੇਸ ਹੋਏ ਆ ਉਹਨਾਂ ਨੇ ਉਹਨਾਂ ਨੂੰ ਆਪਣੇ ਘਰੋਂ ਹੀ ਭੁਗਤਣੇ ਪੈਣੇ ਆ, ਅਤੇ ਸਾਡੀ ਇਹ ਸਮਰੱਥਾ ਨਹੀਂ ਹੈਗੀ। ਇਸ ਲਈ ਕੋਈ ਬੰਦਾ ਦਿੱਲੀ ਵੱਲ ਮੂੰਹ ਨਹੀਂ ਕਰਕੇ ਰਾਜੀ। ਅੱਜ ਤੁਸੀਂ ਸਿੰਘੂ ਬਾਰਡਰ ਦੀ ਸਟੇਜ 'ਤੇ ਜਾ ਕੇ ਉਜਾੜਾ ਪਿਆ ਵੇਖ ਲਓ, ਔਰ ਤੁਸੀਂ ਜਿਹੜਾ ਜ਼ਿਆਦਾ ਜੋਗਿੰਦਰ ਯਾਦਵ ਜਿਹਨੂੰ ਸਾਰਿਆਂ ਤੋਂ ਮੋਢਿਆਂ 'ਤੇ ਚੜ੍ਹਾਈ ਫਿਰਦੇ ਆ, ਉਹਦੀ ਸਟੇਜ ਦਾ ਮੈਂ ਸਰਵੇ ਕਰਵਾਇਆ ਸੀ ਜਿੱਦਣ ਉਹ ਇੱਥੇ ਬੋਲਿਆ ਸੀਗਾ ਆਪਣੇ ਕਰਨਾਲ ਵਾਲੀ ਸਟੇਜ ਤੋਂ। ਸਿੱਧਾ ਮੇਰੇ ਵੱਲ ਇਸ਼ਾਰਾ ਸੀ ਉਹਦਾ, ਜੋ ਕਹਤੇ ਹੈ ਮੋਰਚਾ ਕਮਜ਼ੋਰ ਪੜ ਗਿਆ, ਉਹ ਦੇਖ ਲੈ ਮੋਰਚਾ ਕਿਤਨਾ ਕਮਜ਼ੋਰ ਪੜ ਗਿਆ। ਵੈਸੇ ਮੋਰਚੇ ਦੀ ਗੱਲ ਚੱਲ ਰਹੀ ਹੈ, ਤੁਹਾਨੂੰ ਕੀ ਲੱਗਦਾ ਹੈ ਮੋਰਚਾ ਹੁਣ ਕਿੱਥੇ ਖੜਾ ਹੈ?
ਇੱਕ ਪਹਿਲਾਂ ਚੱਲੀ ਸੀ ਪਗੜੀ ਸੰਭਾਲ ਜੱਟਾ ਲਹਿਰ, ਜੇਕਰ ਦੇਖੀਏ ਤਾਂ 9 ਮਹੀਨੇ ਦੇ ਕਰੀਬ ਉਹ ਲਹਿਰ ਚੱਲੀ ਸੀ। ਇਸ ਲਹਿਰ ਨੂੰ ਵੀ 9 ਮਹੀਨੇ ਤੋਂ ਉੱਪਰ ਦਾ ਸਮਾਂ ਬੀਤ ਗਿਆ, ਹਾਲੇ ਤੱਕ ਬੇੜੀ ਕਿਸੇ ਤਣ ਪੱਤਣ ਨਹੀਂ ਲੱਗੀ। ਤੁਹਾਨੂੰ ਕੀ ਲੱਗ ਰਿਹਾ ਹੁਣ ਜਿਹੜਾ ਮੋਰਚਾ ਹੈ ਕਿਸ ਦਿਸ਼ਾ ਤੇ ਜਾ ਕੇ ਖੜਾ ਹੋਇਆ ਹੈ, ਕਿੱਥੇ ਆ ਹੁਣ, ਇਸ ਦੀਆਂ ਕੀ ਪ੍ਰਾਪਤੀਆਂ ਰਹਿਣਗੀਆਂ, ਇਹ ਮੋਰਚਾ ਜਾ ਕਿੱਧਰ ਨੂੰ ਰਿਹਾ ਹੈ? ਦੇਖੋ, ਜਿਹੜਾ 22 ਜਨਵਰੀ ਨੂੰ ਫੈਸਲਾ ਹੋਇਆ ਸੀ ਨਾ ਇਹਨਾਂ ਜਥੇਬੰਦੀਆਂ ਦੇ ਆਗੂਆਂ ਨਾਲ ਸਰਕਾਰ ਉਹ ਤੋਂ ਇੱਕ ਕਦਮ ਵੀ ਅੱਗੇ ਨਹੀਂ ਵਧੀ। ਉਹਨੂੰ ਅੱਗੇ ਵਧਾਉਣ ਲਈ ਇਹਨਾਂ ਨੇ ਉਹਦੇ 'ਤੇ ਕੋਈ ਪ੍ਰੈਸ਼ਰ ਨਹੀਂ ਬਣਾਇਆ। ਜਿਹੜੇ ਆਹ ਹਰਿਆਣੇ 'ਚ ਪ੍ਰੈਸ਼ਰ ਬਣਿਆ, ਯੂਪੀ 'ਚ ਬਣਿਆ, ਇਹਨਾਂ ਦਾ ਉਹਨਾਂ 'ਤੇ ਕੋਈ ਅਸਰ ਨਹੀਂ ਹੈਗਾ। ਪ੍ਰੈਸ਼ਰ ਜਿੰਨਾ ਚਿਰ ਦਿੱਲੀ 'ਤੇ ਨਹੀਂ ਬਣਦਾ ਉਹਨਾਂ ਚਿਰ ਕੋਈ ਅਸਰ ਨਹੀਂ ਹੈਗਾ। ਮੈਂ ਇੱਥੇ ਛੋਟੀ ਜਿਹੀ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ, ਹਾਲਾਂਕਿ ਹੈ ਤੇ ਉਹ ਇਹਨਾਂ ਨੂੰ ਬੁਰੀ ਲੱਗੇਗੀ। ਕੁਝ ਸਮੇਂ ਲਈ ਨਾ ਇੱਕ ਜੰਗਲ ਦੇ ਵਿੱਚ ਨਾ ਬਾਂਦਰ ਨੂੰ ਉਹਨਾਂ ਨੇ ਬਣਾਤਾ ਪ੍ਰਧਾਨ ਜੰਗਲ ਦਾ, ਅਤੇ ਜੰਗਲ ਨੂੰ ਅੱਗ ਲੱਗ ਗਈ ਅਤੇ ਲੂੰਬੜੀ ਜਾ ਕੇ ਬਾਂਦਰ ਨੂੰ ਕਹਿੰਦੀ ਵੀ ਮੇਰੇ ਬੱਚੇ ਅੱਗ ਦੇ ਚਪੇਟ ਵਿੱਚ ਆ ਗਏ, ਤੁਸੀਂ ਉਹਨੂੰ ਕੱਢੋ। ਅਤੇ ਉਹ ਬਾਂਦਰ ਜਿਹੜਾ ਸੀ ਨਾ ਉਹ ਰੁੱਖ 'ਤੇ ਚੜ੍ਹ ਗਿਆ, ਚੜ੍ਹ ਕੇ ਕਦੀ ਇਸ ਟਾਹਣੀ 'ਤੇ ਛਾਲ ਮਾਰੇ, ਕਦੀ ਇਸ ਟਾਹਣੀ 'ਤੇ ਛਾਲ ਮਾਰੇ, ਕਦੀ ਉਸ ਟਾਹਣੀ 'ਤੇ ਛਾਲ ਮਾਰੇ। ਅਤੇ ਉਹ ਕਹਿੰਦੀ ਵੀ ਮੇਰੇ ਜਵਾਕ ਸੜ ਜਾਣੇ ਆ। ਕਹਿੰਦਾ ਬੀਬੀ ਤੂੰ ਕਮਲੀ ਹੋਈ ਆ, ਮੈਂ ਭੱਜ ਦੌੜ 'ਤੇ ਕਰ ਰਿਹਾ, ਤੈਨੂੰ ਦਿਸਦਾ ਨਹੀਂ? ਇਹ ਇਹੋ ਜਿਹੀ ਭੱਜ ਦੌੜ ਕਰ ਰਹੇ। ਇਹ ਹਰਿਆਣੇ ਭੱਜ ਰਹੇ ਆ, ਇਹ ਯੂਪੀ ਭੱਜ ਰਹੇ ਆ, ਇਹ ਕਲਕੱਤੇ ਭੱਜ ਰਹੇ ਆ, ਅਤੇ ਜਿੱਥੇ ਬੱਚੇ ਸੜ ਰਹੇ ਨੇ, ਜਿੱਥੇ ਅੱਗ ਲੱਗੀ ਹੋਈ ਆ, ਉੱਧਰ ਨਹੀਂ ਜਾਂਦੇ। ਇਹ ਆ। ਤੁਸੀਂ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨੇ ਉਹਨਾਂ ਦੀ ਤੁਲਨਾ ਬਾਂਦਰ ਦੇ ਨਾਲ ਕਰ ਰਹੇ ਹੋ ਇਹ ਕਹਾਣੀ ਸੁਣਾ ਕੇ। ਤੁਹਾਨੂੰ ਲੱਗਦਾ ਨਹੀਂ ਕਿ ਇਸ ਦਾ ਜਿਹੜਾ ਹੈ ਤੁਹਾਨੂੰ ਕੋਈ ਨੁਕਸਾਨ ਹੋ ਸਕਦਾ ਹੈ, ਜਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਵੱਲੋਂ ਤੁਹਾਡੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ? ਮੈਂ ਇੱਕ ਘਟਨਾ ਸੁਣਾਈ ਹੈ ਵੀ ਉਸ ਸੰਦਰਭ ਦੇ ਵਿੱਚ ਕਿ ਲੋਕ ਕੀ ਚਾਹੁੰਦੇ ਸੀ ਅਤੇ ਇਹ ਕੀ ਕਰਦੇ। ਉਹਦਾ ਮਤਲਬ ਇਹ ਨਹੀਂ ਕਿ ਮੈਂ ਇਹਨਾਂ ਨੂੰ ਬਾਂਦਰ ਸਮਝਦਾ। ਮੈਂ ਉਸ ਘਟਨਾ ਇਸ ਕਰਕੇ ਸੁਣਾਈ ਆ ਵੀ ਲੋਕ ਤਾਂ ਚਾਹੁੰਦੇ ਦਿੱਲੀ ਜਾਣਾ, ਇਹ ਕਦੀ ਇਸ ਟਾਹਣੀ 'ਤੇ ਛਾਲ ਮਾਰਦੇ ਆ ਮੁਜ਼ੱਫਰਨਗਰ, ਕਦੀ ਕਲਕੱਤੇ, ਕਦੀ ਪੰਜਾਬ, ਕਦੀ ਹਰਿਆਣੇ। ਜਿੱਧਰ ਜਾਣਾ, ਜਿੱਥੇ ਅੱਗ ਲੱਗੀ ਹੈ, ਜਿੱਥੇ ਸਾਡਾ ਉਹਦਾ ਬਚਾਅ ਹੋਣਾ, ਉੱਧਰ ਨੂੰ ਮੂੰਹ ਨਹੀਂ ਕਰਦੇ। ਡਿਪਟੀ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਕਿ ਤੁਹਾਡੀ ਕਿਰਦਾਰਕੁਸ਼ੀ ਕੀਤੀ ਗਈ ਸਟੇਜ ਦੇ ਉੱਪਰ, ਪਰ ਕੀ ਵਜ੍ਹਾ ਸੀ ਕਿ ਤੁਹਾਡਾ ਪੁੱਤਰ ਜਿਹੜਾ ਸੀ ਉਹ ਸਟੇਜ 'ਤੇ ਆ ਗਿਆ? ਘਰਾਂ ਦੇ ਵਿੱਚ ਛੋਟੀਆਂ-ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ, ਸਮਝੌਤੇ ਵੀ ਹੋ ਜਾਂਦੇ ਨੇ। ਕੀ ਕਾਰਨ ਸੀ ਕਿ ਬੇਟਾ ਸਟੇਜ 'ਤੇ ਆ ਗਿਆ? ਘਰ ਦੇ ਵਿੱਚ ਮਸਲਾ ਕਿਉਂ ਨਹੀਂ ਸੁਲਝ ਪਾਇਆ? ਕੀ ਉਸ ਦੇ ਮਗਰ ਕੌਣ ਸੀ, ਕਿਹੜੀ ਤਾਕਤ ਸੀ, ਕਿਹੜਾ ਬੰਦਾ ਸੀ ਜਿਹੜਾ ਉਸ ਨੂੰ ਸਟੇਜ 'ਤੇ ਪ੍ਰੇਰਨਾ ਕਰਕੇ ਲਾਇਆ ਵੀ ਤੂੰ ਆਪਣੇ ਪਿਤਾ ਦੇ ਖਿਲਾਫ ਬੋਲ? ਦੇਖੋ, ਜਿਸ ਬੱਚੇ ਦਾ ਸਭ ਕੁਝ ਹੀ ਗਵਾਚ ਗਿਆ ਹੋਵੇ, ਉਹਦੇ ਘਰ ਦੇ ਦਰਵਾਜ਼ੇ ਬੰਦ ਹੋ ਜਾਣਗੇ। ਤੁਸੀਂ ਉਹਨੂੰ ਨੋਰਮਲ ਸਮਝੋਗੇ? ਉਹਦੀ ਮਾਨਸਿਕ ਸਥਿਤੀ ਨੂੰ ਉੱਥੇ ਖੜ੍ਹ ਕੇ ਵੇਖੋ ਵੀ ਉਹਦੀ ਮਾਨਸਿਕ ਸਥਿਤੀ ਕੀ ਹੋਗੀ। ਉਸ ਨੂੰ ਧਰਵਾਸ ਦੇਣ ਵਾਸਤੇ ਜਿਹੜੇ ਤੇ ਇਮਾਨਦਾਰ ਲੋਕ ਨੇ ਉਹ ਤਾਂ ਉਹਨੂੰ ਧਰਵਾਸ ਦੇਣਗੇ। ਜਿਹੜੇ ਮੇਰੇ ਦੁਸ਼ਮਣ ਨੇ ਉਹ ਉਸ ਦਾ ਇਸਤੇਮਾਲ ਕਰਨਗੇ, ਉਸ ਦੀ ਇਸ ਮਾਨਸਿਕ ਸਥਿਤੀ ਦਾ ਇਸਤੇਮਾਲ ਕਰਨਗੇ। ਉਸ ਦੀ ਮਾਨਸਿਕ ਸਥਿਤੀ ਦਾ ਇਸਤੇਮਾਲ ਕੀਤਾ ਗਿਆ। ਉਹਨੂੰ ਲਗਾਤਾਰ ਉਹਦੇ ਦੁਆਲੇ ਘੇਰੇ ਬੁਣੇ ਗਏ। ਉਹਨੂੰ ਪਹਿਲਾਂ ਮੇਰੀ 1.5 ਮਹੀਨਾ ਪਹਿਲਾਂ ਮੈਂ ਵੀਡੀਓ ਵੀ ਪਾਈ ਸੀਗੀ, ਕਿਉਂਕਿ ਉਹਨੂੰ ਬਹੁਤ ਸਾਰੀਆਂ ਉਹਨੂੰ ਬਹੁਤ ਸਾਰੀਆਂ ਕਾਲਾਂ ਕਰਵਾਈਆਂ ਗਈਆਂ ਵੀ ਨਵਰੀਤ ਦੇ ਨਾਂ 'ਤੇ ਤੇਰੇ ਪਿਓ ਨੇ ਤਾਂ ਕਰੋੜਾਂ ਰੁਪਏ ਦਾ ਫੰਡ ਇਕੱਠਾ ਕਰ ਲਿਆ, ਤੇਰੇ ਕੋਲ ਕੋਈ ਰੁਪਈਆ ਆਇਆ ਕਿ ਨਹੀਂ ਆਇਆ। ਮਤਲਬ ਇਹ ਚੀਜ਼ਾਂ ਵੀ ਸਾਡੇ ਘਰ ਤੱਕ ਇਹ ਲੈ ਕੇ ਗਏ। ਤੁਸੀਂ ਆਪਣੇ ਪੁੱਤਰ ਵਿਕਰਮਜੀਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਬਾਅਦ ਦੇ ਵਿੱਚ ਕਿ ਇਹੋ ਜਿਹਾ ਕੁਝ ਨਹੀਂ ਹੈ? ਗੱਲਬਾਤ ਹੋਈ ਉਹਨਾਂ ਦੇ ਨਾਲ? ਹੋਈ। ਮੈਂ ਜਿਹੜੀ ਮੈਂ ਵੀਡੀਓ ਪਾਈ ਨਾ ਉਹ ਇਸੇ ਗੱਲਬਾਤ ਤੋਂ ਬਾਅਦ ਪਾਈ। ਮੈਂ ਕਿਹਾ ਜੇ ਤੈਨੂੰ ਕੋਈ ਸ਼ੱਕ ਹੈ ਨਾ ਵੀ ਜਿਹੜੇ ਤੈਨੂੰ ਕਾਲ ਆਈ ਆਪਾਂ ਵੀਡੀਓ ਪਾ ਦਿੰਦੇ ਹਾਂ। ਉਹ ਜਿਨ੍ਹਾਂ ਨੇ ਮੈਨੂੰ ਪੈਸੇ ਦਿੱਤੇ ਉਹ ਤੈਨੂੰ ਆਣ ਕੇ ਸਬੂਤ ਦੇ ਦੇਣਗੇ। ਉਹ ਕਹਿੰਦਾ ਠੀਕ ਹੈ। ਮੈਂ ਵੀਡੀਓ ਪਾਈ ਜਿਹਦੇ ਵਿੱਚ ਮੈਂ ਕਿਹਾ ਵੀ ਆਹ ਨਵਰੀਤ ਦੇ ਫਾਦਰ ਦਾ ਫ਼ੋਨ ਨੰਬਰ ਹੈ, ਜਿਨ੍ਹਾਂ ਨੇ ਇਹਨਾਂ ਨੂੰ ਕਾਲ ਕਰਕੇ ਇਹ ਗੱਲ ਕਹੀ ਹੈ ਕਿ ਅਸੀਂ ਨਵਰੀਤ ਦੇ ਸ਼ਹਾਦਤ ਤੋਂ ਬਾਅਦ ਬਾਪੂ ਨੂੰ ਪੈਸੇ ਦਿੱਤੇ ਆ ਤੁਹਾਨੂੰ ਦੇਣ ਵਾਸਤੇ। ਉਹ ਕਿਰਪਾ ਕਰਕੇ ਇਸ ਨੰਬਰ 'ਤੇ ਕਾਲ ਕਰਕੇ ਇਹਨੂੰ ਉਹ ਸਬੂਤ ਦੇਣ ਜਿਹੜੇ ਮੈਨੂੰ ਪੈਸੇ ਦਿੱਤੇ ਆ, ਠੀਕ ਹੈ, ਤਾਂ ਕਿ ਮੈਂ ਆਪਣੇ ਪੁੱਤ ਨੂੰ ਸੰਤੁਸ਼ਟ ਕਰ ਸਕਾਂ। ਇੱਕ ਵੀ ਬੰਦਾ ਨਹੀਂ ਆਇਆ ਸਾਹਮਣੇ। ਹੁਣ ਘਰ ਦੇ ਵਿੱਚ ਸਭ ਕੁਝ ਠੀਕ ਹੋ ਗਿਆ ਹੈ ਜਾਂ ਅਜੇ ਵੀ ਪ੍ਰੋਬਲਮ? ਕਿੱਥੇ ਠੀਕ ਹੋ ਗਿਆ? ਮੁੰਡਾ ਮੇਰਾ ਫਿਰ ਉਹਦੀ ਮਾਨਸਿਕ ਸਥਿਤੀ ਤਾਂ ਮੈਨੂੰ ਪਤਾ ਨਹੀਂ ਕਿਵੇਂ ਆ। ਉਹ ਅਜੇ ਵੀ ਸਾਰੇ ਰਿਸ਼ਤੇਦਾਰਾਂ ਨੇ ਜਦੋਂ ਉਹਨੂੰ ਘੇਰ ਕੇ ਗੱਲ ਪੁੱਛੀ ਵੀ ਤੂੰ ਇਹ ਕੀ ਕੀਤਾ, ਉਹ ਰੋਈ ਜਾਂਦਾ। ਉਹ ਕਹਿੰਦਾ ਮੇਰਾ ਤਾਂ ਪੁੱਤ ਵੀ ਗਿਆ ਅਤੇ ਮੇਰਾ ਸਭ ਕੁਝ ਹੀ ਗਿਆ। ਠੀਕ ਹੈ ਨਾ? ਉਹ ਤਾਂ ਇਸ ਪੋਜੀਸ਼ਨ 'ਚ ਹੀ ਨਹੀਂ ਹੈਗਾ ਉਹਦੇ ਨਾਲ ਗੱਲ ਕੀਤੀ ਜਾਵੇ। ਅਤੇ ਕੀ ਗੱਲ ਕਰਾਂ ਵੀ ਕੀ? ਗੱਲ ਜੇ ਮੈਂ ਕਰਾਂ ਤਾਂ ਮੈਂ ਉਹਨੂੰ ਸਪਸ਼ਟੀਕਰਨ ਮੰਗਾ ਹੀ ਨਾ ਵੀ ਜਿਹੜੀਆਂ ਤੂੰ ਗੱਲਾਂ ਉੱਥੇ ਕਹਿ ਕੇ ਆਇਆ ਉਹਨਾਂ ਦਾ ਕੋਈ ਸਬੂਤ ਦੇਏਗਾ ਅਤੇ ਫਿਰ ਉਹਦੇ ਦਿਲ 'ਤੇ ਕੀ ਗੁਜ਼ਰੂਗੀ। ਠੀਕ ਹੈ ਨਾ? ਸੋ ਇਹ ਮੇਰੇ ਘਰ 'ਚ ਇਹ ਕਲੇਸ਼ ਪਾ ਕੇ ਮੇਰੀ ਜ਼ਮਾਨਬੰਦੀ ਕਰਾਉਣਾ ਚਾਹੁੰਦੇ ਸੀਗੇ, ਔਰ ਇਹ ਹੋਣਾ ਨਹੀਂ। ਕੋਈ ਨਹੀਂ, ਮੇਰਾ ਪਰਿਵਾਰਕ ਮਸਲਾ ਹੈ, ਅਸੀਂ ਪਰਿਵਾਰ ਬਹਿ ਕੇ ਨਜਿੱਠ ਲਾਂਗੇ।
ਕਦੀ ਮੇਰੇ ਪੁੱਤ ਨੂੰ ਵੀ ਸਮਝ ਆ ਜਾਏਗੀ ਜਦੋਂ ਠੰਡੇ ਦਿਲ ਨਾਲ ਦਿਮਾਗ ਨਾਲ ਬੈਠ ਕੇ ਸੋਚੇਗਾ ਵੀ ਮੈਂ ਕੀ ਕਿੰਨਾ ਗਲਤ ਕਰ ਬੈਠਾ। ਪਰ ਇਹ ਸਵਾਲ ਤਾਂ ਮੇਰੇ ਖੜੇ ਆ ਨਾ ਉੱਥੇ ਇਹਨਾਂ ਦੇ ਸਾਹਮਣੇ ਵੀ ਤੁਸੀਂ ਜਿਹੜੀ 9 ਮਹੀਨਿਆਂ ਤੋਂ ਜਿਹੜੀ ਇਹ ਮੋਰਚੇ ਦੀ ਬਰਬਾਦੀ ਕੀਤੀ ਹੈ, ਤੁਹਾਡੀ ਮਨਸ਼ਾ ਇਹ ਹੀ ਆ ਵੀ ਲੋਕ ਇੱਥੋਂ ਨਿਰਾਸ਼ ਹੋ ਕੇ ਚਲੇ ਜਾਣ ਤੇ ਅਸੀਂ ਇਹ ਕਹਿ ਕੇ ਇੱਥੋਂ ਚਲੇ ਜਾਈਏ ਵੀ ਹੁਣ ਲੋਕ ਹੀ ਕੋਈ ਨਹੀਂ ਰਹੇ ਤੇ ਅਸੀਂ ਕਿੱਥੇ ਕੀ ਕਰੀਏ। ਤੇ ਲੋਕਾਂ ਨੇ ਤੁਹਾਨੂੰ ਬੰਨ੍ਹ ਕੇ ਬਿਠਾ ਰੱਖਿਆ ਇੱਥੇ ਤੇ ਅਸੀਂ ਹੋਰ ਵੱਧ ਤੋਂ ਵੱਧ ਲੋਕ ਮੋਰਚੇ ਨਾਲ ਜਾਵਾਂਗੇ, ਮੋਰਚੇ ਨੂੰ ਮਜ਼ਬੂਤ ਕਰਾਂਗੇ। ਮੋਰਚਾ ਜਿੱਤ ਕੇ ਆਉਣਾ ਸਾਡਾ ਮਕਸਦ ਹੈਗਾ, ਤੁਹਾਨੂੰ ਭੱਜ ਕੇ ਨਹੀਂ ਅਸੀਂ ਜਾਣਦੇ। ਡਿਪਟੀ ਬਾਬਾ ਸਾਹਿਬ, ਤੁਸੀਂ ਗੱਲ ਕੀਤੀ ਕਿ ਦੋ ਤਰ੍ਹਾਂ ਦੇ ਕਾਮਰੇਡ ਬੈਠੇ ਹੋਏ ਨੇ ਜਿਨ੍ਹਾਂ ਦੇ ਹੱਥ ਦੇ ਵਿੱਚ ਮੋਰਚੇ ਦੀ ਵਾਗਡੋਰ ਹੈ। ਤੁਸੀਂ ਕਹਿ ਰਹੇ ਸੀ ਕਿ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਇੱਕ ਉਹ ਕਾਮਰੇਡ ਨੇ ਜਿਹੜੇ ਪੰਜਾਬ ਦਾ ਭਲਾ ਚਾਹੁੰਦੇ ਨੇ, ਪੰਜਾਬ ਦੇ ਹੱਕ 'ਚ ਖੜੇ ਨੇ, ਦੂਜੇ ਉਹ ਕਾਮਰੇਡ ਨੇ ਜਿਹੜੇ ਕਦੇ ਵੀ ਸਿੱਖਾਂ ਦੇ ਹੱਕ ਦੇ ਵਿੱਚ ਨਹੀਂ ਭੁਗਤੇ, ਹਮੇਸ਼ਾ ਸਿੱਖਾਂ ਦੇ ਖਿਲਾਫ ਗੱਲ ਕਰਦੇ ਰਹੇ। ਤੁਹਾਨੂੰ ਕੀ ਲੱਗਦਾ ਉਹ ਕਿਹੜੇ ਕਾਮਰੇਡ ਨੇ ਜਿਹੜੇ ਸਿੱਖਾਂ ਦੇ ਖਿਲਾਫ ਭੁਗਤੇ ਰਹੇ ਨੇ ਤੇ ਹੱਕ ਦੇ ਵਿੱਚ ਕਿਹੜੇ ਨੇ? ਨਹੀਂ ਦੇਖੋ, ਇਹ ਤਾਂ ਜਿਹੜੀਆਂ ਪਿਛਲੇ ਸਮੇਂ ਦੀਆਂ ਜਥੇਬੰਦੀਆਂ ਮੈਂ ਜਿਹੜੀਆਂ ਨੇ ਉਹਨਾਂ ਨੇ ਪੰਜਾਬ ਦੇ ਵਿੱਚ ਜਦੋਂ ਇਹ ਮੋਰਚਾ ਚੱਲਦਾ ਸੀ ਉਹਨਾਂ ਨੇ ਬਕਾਇਦਾ ਲਿਖ ਕੇ ਆਪਣੀਆਂ ਉਹਦੇ 'ਤੇ ਸਾਈਟਾਂ 'ਤੇ ਵੀ ਪਾਇਆ ਔਰ ਨਾਲ ਖੜੇ ਵੀ ਉਸ ਮੋਰਚੇ ਦੇ। ਔਰ ਬਹੁਤ ਸਾਰੇ ਕਾਮਰੇਡ ਨੇ ਜਿਹੜੇ ਸਿੱਖ ਸੰਘਰਸ਼ ਦੇ ਵਿੱਚ ਸ਼ਹੀਦ ਵੀ ਹੋਏ ਨੇ। ਇੱਕ ਉਹ ਧਿਰ ਹੈ ਅਤੇ ਇੱਕ ਉਹ ਧਿਰ ਹੈ ਜਿਹੜੀ ਸਾਡੇ ਕਾਤਲਾਂ ਦੇ ਨਾਲ ਖੜੀ ਸੀ, ਦਿੱਲੀ ਵਾਲਿਆਂ ਨਾਲ ਖੜੀ ਸੀਗੀ ਔਰ ਸਾਡੇ ਮੁਖਬਰ ਵੀ ਸੀਗੇ, ਸਾਡੇ ਕਾਤਲ ਸੀ। ਔਰ ਉਹ ਹੁਣ ਕਹਿੰਦੇ ਆ ਉਹ ਵੀ ਅਸੀਂ ਸਿਰਫ ਮਰਵਾਏ ਨਹੀਂ, ਅਸੀਂ ਆਪ ਵੀ ਮਾਰੇ ਆ। ਇਹ ਗੱਲ ਉਹ ਕਹਿੰਦੇ ਆ, ਉਹ ਕੋਈ ਮੁੱਕਰਦੇ ਥੋੜ੍ਹੀ। ਅਤੇ ਉਹਨਾਂ ਦੇ ਹੱਥ ਅੱਜ ਜਿਹੜੀ ਸਾਰੀ ਕਮਾਂਡ ਆਈ ਹੋਈ ਹੈ ਅਤੇ ਉਹਦੇ ਵਿੱਚ ਜੋਗਿੰਦਰ ਯਾਦਵ ਵੀ ਹੈ ਔਰ ਇਹੋ ਜਿਹੇ ਹੋਰ ਵੀ ਲੋਕ ਹੈਗੇ ਜਿਹੜੇ ਸਿੱਖਾਂ ਦੇ ਦੁਸ਼ਮਣ ਹੈ। ਹੁਣ ਤੁਸੀਂ ਮੈਨੂੰ ਦੱਸੋ ਵੀ ਕੇਸਰੀ ਨਿਸ਼ਾਨ ਸਾਹਿਬ ਲਾਲ ਕਿਲ੍ਹੇ 'ਤੇ ਚੜ੍ਹੇ ਦਾ ਸਭ ਤੋਂ ਵੱਡਾ ਜਿਹੜਾ ਬਵਾਲ ਖੜਾ ਕੀਤਾ ਉਹ ਕੌਣ ਸੀ? ਉਹ ਜੋਗਿੰਦਰ ਯਾਦਵ ਹੀ ਸੀਗਾ। ਉਹਦੇ ਨਾਲ ਜਿਹੜਾ ਦੀਪ ਸਿੰਘ ਵਾਲਾ ਸੀ ਉਹ ਕੌਣ ਸੀਗਾ? ਉਹ ਕਾਮਰੇਡ ਹੀ ਸੀਗਾ। ਅਤੇ ਉਹ ਕਿਹਦੇ ਇਸ਼ਾਰੇ 'ਤੇ ਬੋਲ ਰਹੇ ਸੀਗੇ? ਕਿਉਂ ਨਹੀਂ ਰਾਜੇਵਾਲ ਨੇ ਉਹਨਾਂ ਨੂੰ ਇਹ ਗੱਲਾਂ ਕਰਨ ਤੋਂ ਰੋਕਿਆ? ਠੀਕ ਹੈ ਨਾ, ਇਹ ਕਹਿੰਦਾ ਨਾ ਵੀ ਮੈਂ ਆ ਬੌਸ ਸਰਵਾ ਉਹਦਾ। ਅਤੇ ਫਿਰ ਇਹਦਾ ਮਤਲਬ ਜਿਹੜੀ ਸਾਰੀ ਖੇਡ ਆ ਇਹਦਾ ਮਤਲਬ ਨਹੀਂ, ਇਹ ਸਪਸ਼ਟ ਹੈ ਇਹਦਾ। ਇਹ ਸਾਰੀ ਜਿਹੜੀ ਖੇਡ ਗਿਣ ਮਿੱਥ ਕੇ ਖੇਡੀ ਗਈ ਹੈ ਮੋਰਚੇ ਨੂੰ ਉਜਾੜਨ ਦੀ, ਉਹ ਰਾਜੇਵਾਲ ਜ਼ਿੰਮੇਵਾਰ ਉਹਦੇ ਲਈ। ਠੀਕ ਹੈ ਨਾ, ਔਰ ਜਿਹੜਾ ਅੱਜ ਵੀ ਬਿਲਕੁਲ ਨਹੀਂ ਪਿੱਛੇ ਹਟਦਾ। ਠੀਕ ਹੈ ਨਾ। ਤੁਸੀਂ ਕਾਮਰੇਡਾਂ ਦੇ ਉੱਪਰ ਤਿੱਖੇ ਹਮਲੇ ਕਰ ਰਹੇ ਹੋ, ਉਹਨਾਂ ਦੇ ਉੱਪਰ ਨਿਸ਼ਾਨੇ ਸਾਧ ਰਹੇ ਹੋ। ਕਾਮਰੇਡ ਵੀ ਸਿੱਖੀ ਸਰੂਪ ਦੇ ਵਿੱਚ ਨੇ ਬਹੁਤ ਸਾਰੇ, ਉਹਨਾਂ ਦੇ ਸਿਰ 'ਤੇ ਵੀ ਦਸਤਾਰਾਂ ਨੇ ਅਤੇ ਦੁਨੀਆ ਭਰ ਦੇ ਵਿੱਚ ਜਿਹੜਾ ਮੈਸੇਜ ਵੀ ਇਹ ਗਿਆ ਜਦੋਂ ਮੋਰਚਾ ਦਿੱਲੀ ਦੇ ਉੱਪਰ ਲੱਗਾ, ਉੱਥੇ ਜਾ ਕੇ ਬਾਰਡਰਾਂ 'ਤੇ ਲੋਕ ਬੈਠੇ ਤਾਂ ਦੁਨੀਆ ਭਰ ਦੇ ਵਿੱਚ ਇਹੀ ਮੈਸੇਜ ਗਿਆ ਸੀ ਕਿ ਸਿੱਖ ਇਸ ਦੀ ਅਗਵਾਈ ਕਰ ਰਹੇ ਨੇ। ਹੁਣ ਤੁਹਾਨੂੰ ਕੀ ਲੱਗਦਾ ਹੈ, ਹੁਣ ਲੋਕਾਂ ਦੇ ਵਿੱਚ ਕਿਹੋ ਜਿਹਾ ਮੈਸੇਜ ਆ ਰਿਹਾ ਜਦੋਂ ਆਪਸ ਦੇ ਵਿੱਚ ਦੁਫਾੜ ਹੋ ਗਿਆ, ਜਦੋਂ ਆਪਸ ਦੇ ਵਿੱਚ ਹੀ ਕਾਟੋ ਕਲੇਸ਼ ਚੱਲ ਰਿਹਾ? 26 ਤੋਂ ਬਾਅਦ ਜਿਹੜੇ ਨੇ ਬਹੁਤ ਸਾਰੇ ਲੋਕ ਤਾਂ ਪੰਜਾਬ ਮੁੜ ਆਏ। ਹੁਣ ਸਥਿਤੀ ਕੀ ਹੈ? ਦੇਖੋ, ਸਭ ਤੋਂ ਵੱਡਾ ਜੇ ਮੋਰਚਾ ਲੰਮਾ ਖਿੱਚਿਆ ਗਿਆ ਨਾ ਉਹਦੇ ਪਿੱਛੇ ਕਾਰਨ ਹੀ ਇਹ ਹੈ ਕਿ ਮੋਰਚੇ ਦਾ ਜਿਹੜਾ ਮੈਸੇਜ ਗਿਆ ਨਾ ਦਿੱਲੀ ਦਰਬਾਰ ਨੂੰ ਗਿਆ, ਦਿੱਲੀ ਦੀਆਂ ਏਜੰਸੀਆਂ ਨੂੰ ਗਿਆ, ਜਿਸ ਤਰ੍ਹਾਂ ਦੇਸ਼ ਨੇ ਇਸ ਨੂੰ ਐਕਸੈਪਟ ਕੀਤਾ ਵੀ ਜੇ ਕੋਈ ਲੜ ਸਕਦਾ ਹੈ ਮੋਦੀ ਦੇ ਖਿਲਾਫ ਤੇ ਉਹ ਸਿੱਖ ਲੜ ਸਕਦੇ ਨੇ। ਸਿੱਖਾਂ 'ਤੇ ਜੇ ਕੋਈ ਇਹਨਾਂ ਨੇ ਅਟੈਕ ਕੀਤਾ, ਇਹਨਾਂ ਨੂੰ ਖਾਲਿਸਤਾਨੀ ਕਹਿਣ ਦੀ ਕੋਸ਼ਿਸ਼ ਕੀਤੀ, ਇਹਨਾਂ ਨੂੰ ਜੋ ਮਰਜ਼ੀ ਕਹਿਣ ਦੀ ਕੋਸ਼ਿਸ਼, ਗੈਰ ਸਿੱਖਾਂ ਦੇ ਹੱਕ ਵਿੱਚ ਖੜੇ ਹੋਏ। ਉਹਨਾਂ ਨੇ ਕਿਹਾ ਵੀ ਜੇ ਇਹ ਖਾਲਿਸਤਾਨੀ ਤੇ ਅਸੀਂ ਵੀ ਖਾਲਿਸਤਾਨੀ ਹਾਂ। ਇਹ ਸਾਰੀ ਚੀਜ਼ ਜਿਹੜੀ ਨਾ ਇਹ ਸਰਕਾਰ ਨੂੰ ਰਾਸ ਨਹੀਂ ਸੀ ਆਉਂਦੀ ਵੀ ਜੇ ਮੋਰਚਾ ਇਸੇ ਚੜ੍ਹਤ ਦੇ ਵਿੱਚ ਲੜਿਆ ਜਾਂਦਾ, 26 ਜਨਵਰੀ ਤੋਂ ਪਹਿਲਾਂ ਵਾਲੀ ਚੜ੍ਹਤ ਦੇ ਵਿੱਚ ਲੜਿਆ ਜਾਂਦਾ ਔਰ ਇਸੇ ਚੜ੍ਹਤ ਦੇ ਵਿੱਚ ਜਿੱਤਿਆ ਜਾਂਦਾ ਅਤੇ ਵਿਸ਼ਵ ਦੇ ਵਿੱਚ ਇੱਕ ਮੈਸੇਜ ਸੀਗਾ ਵੀ ਸਿੱਖ ਇੱਕ ਲੜਾਕੂ ਨੇ, ਯੋਧੇ ਨੇ, ਹੱਕਾਂ ਲਈ ਲੜਨਾ ਜਾਣਦੇ ਨੇ। ਇਸ ਮੈਸੇਜ ਨੂੰ, ਇਸ ਨੈਰੇਟਿਵ ਨੂੰ ਤੋੜਨਾ ਜਿਹੜਾ ਸੀ ਉਹ ਸਰਕਾਰ ਦੇ ਔਰ ਏਜੰਸੀਆਂ ਦੀ ਇਹ ਬਹੁਤ ਮੁੱਢਲੀ ਜ਼ਰੂਰਤ ਸੀ ਔਰ ਉਹ ਜ਼ਰੂਰਤ ਉਹਨਾਂ ਦੀ ਪੂਰੀ ਇਹਨਾਂ ਨੇ ਉਹਨਾਂ ਕਾਮਰੇਡਾਂ ਦੇ ਥਰੂ ਕਰਾਉਣੀ ਸੀਗੀ ਜਿਹੜੇ ਸਿੱਖਾਂ ਦੇ ਦੁਸ਼ਮਣ ਜਮਾਤ ਕਾਮਰੇਡ, ਅਤੇ ਉਹ ਉਹਨਾਂ ਨੇ ਕਰਵਾ ਲਈ। ਠੀਕ ਹੈ ਨਹੀਂ, ਉਹ ਹੁਣ ਫਿਰ ਉਹਨਾਂ ਕਾਮਰੇਡਾਂ ਨੂੰ ਕਿਵੇਂ ਬਚਾਉਣਾ? ਇਹ ਵੀ ਤਾਂ ਉਹਨਾਂ ਦੀ ਜ਼ਿੰਮੇਵਾਰੀ ਨਾ ਜਿਨ੍ਹਾਂ ਨੇ ਉਹਨਾਂ ਨੂੰ ਖੇਡ ਪਹਿਲਾਂ ਵਰਤਿਆ ਅਤੇ ਉਹਨਾਂ ਨੂੰ ਬਚਾਉਣਾ ਵੀ ਤਾਂ ਉਹਨਾਂ ਨੇ। ਹੁਣ ਇੱਕ ਪੰਥਕ ਧਿਰ ਜਿਹੜੀ ਆ ਫਿਰ ਬਣਾਈ ਗਈ ਆ ਪੰਜਾਬ 'ਚੋਂ, ਜਿਹੜੀ ਮਾਰਚ ਲੈ ਕੇ ਜਾਊਗੀ ਦਿੱਲੀ ਨੂੰ ਔਰ ਉਹ ਪੰਥਕ ਧਿਰ ਇਹ ਦਾਅਵਾ ਕਰੇਗੀ, ਕਲੇਮ ਕਰੇਗੀ ਮੋਰਚੇ ਦੇ ਵਿੱਚ ਅਸੀਂ ਸ਼ਾਮਲ ਆ। ਅਤੇ ਜਦੋਂ ਕੋਈ ਹੁਣ ਫੈਸਲਾ ਹੋਏਗਾ ਉਦੋਂ ਇਹ ਨੈਰੇਟਿਵ ਨਹੀਂ ਰਹੇਗਾ ਕਿ ਸਰਕਾਰ ਨੇ ਕਾਮਰੇਡਾਂ ਨਾਲ ਸਮਝੌਤਾ ਕੀਤਾ, ਉਹਦੇ 'ਚ ਪੰਥਕ ਧਿਰ ਵੀ ਹੋਏਗੀ। ਹਾਲਾਂਕਿ ਉਹ ਪੰਥਕ ਧਿਰ ਜਿਹੜੀ ਆ ਉਹਦੇ ਚਿਹਰੇ ਜਦੋਂ ਲੋਕ ਵੇਖਣਗੇ ਉਹ ਲੋਕਾਂ ਨੂੰ ਲੱਗ ਜਾਏਗਾ ਪਤਾ ਕੀ ਇਹ ਧਿਰ ਕਿਹੜੀ ਹੈ। ਤੁਸੀਂ ਕਾਮਰੇਡ ਤਬਕੇ ਦੇ ਉੱਪਰ ਤਿੱਖੇ ਨਿਸ਼ਾਨੇ ਸਾਧ ਰਹੇ ਹੋ, ਵਾਰ-ਵਾਰ ਕਹਿ ਰਹੇ ਹੋ ਕਿ ਉਹਨਾਂ ਨੇ ਨੁਕਸਾਨ ਕੀਤਾ, ਪਰ ਤੁਹਾਡੇ 'ਤੇ ਵੀ ਆਰੋਪ ਲੱਗਦੇ ਰਹੇ ਕਿ ਤੁਸੀਂ ਆਪਣੇ ਨਵਰੀਤ ਪੋਤਰੇ ਦੀ ਗੱਲ ਕਰਕੇ ਜਿਹੜਾ ਹੈ ਉਹ ਰਾਜਨੀਤੀ ਤੌਰ 'ਤੇ ਫਾਇਦਾ ਲੈਣਾ ਚਾਹਿਆ। ਕੀ ਇਹੋ ਜਿਹੀ ਕੋਈ ਮਨਸ਼ਾ ਹੈ? ਹਾਲਾਂਕਿ ਤੁਸੀਂ ਕਹਿ ਚੁੱਕੇ ਹੋ ਕਿ ਰਾਜਨੀਤੀ ਦੇ ਵਿੱਚ ਤੁਸੀਂ ਅੱਜ ਨਹੀਂ, ਬਹੁਤ ਪੁਰਾਣੇ ਹੋ, ਪਹਿਲਾਂ ਤੋਂ ਤੁਸੀਂ ਰਾਜਨੀਤੀ ਦੇ ਵਿੱਚ ਹੋ, ਪਰ ਪੰਜਾਬ ਦੇ ਵਿੱਚ ਕੋਈ ਫਾਇਦਾ ਉਠਾਉਣ ਦੀ ਤੁਹਾਡੇ ਵੱਲੋਂ ਕੋਈ ਮਨਸ਼ਾ ਹੈ? ਇਹ ਜ਼ਰੂਰ ਕਲੀਅਰ। ਦੇਖੋ, ਜੇ ਮੇਰੀ ਮਨਸ਼ਾ ਹੁੰਦੀ ਤਾਂ ਮੇਰੇ ਕੋਲ 2006 'ਚ ਹੀ ਮੌਕਾ ਆ ਗਿਆ ਸੀਗਾ।
ਹਾਲਾਂਕਿ ਮੇਰੇ ਕੋਲ ਪਹਿਲਾਂ ਵੀ ਮੌਕੇ ਸੀ। 2006 'ਚ ਭਾਈ ਜਸਵੀਰ ਸਿੰਘ ਰੋਡੇ ਦੇ ਨਾਲ ਮੈਂ ਜਿਹੜਾ ਅਸੀਂ ਕਰਵਾਇਆ ਸੀ ਪ੍ਰੋਗਰਾਮ ਆਪਣਾ ਫਤਿਹਗੜ੍ਹ ਸਾਹਿਬ ਵਿਰਸਾ ਸੰਭਾਲ ਵਿਸ਼ਵ ਸਿੱਖ ਸੰਮੇਲਨ, ਮੈਂ ਉਹਦਾ ਆਰਗੇਨਾਈਜ਼ ਸੈਕਟਰੀ ਸੀ। ਔਰ ਸਾਰੇ ਪੰਜਾਬ ਦੇ ਵਿੱਚ ਮੇਰੀ ਪਛਾਣ ਆ, ਮੈਨੂੰ ਜਾਣਦੇ ਨੇ। ਅਤੇ ਭਾਈ ਜਸਵੀਰ ਸਿੰਘ ਦਾ ਬਾਦਲਾਂ ਨਾਲ ਸਮਝੌਤਾ ਹੋ ਗਿਆ ਸੀਗਾ, ਅਤੇ ਜੇ ਉਹ ਬਾਦਲਾਂ ਦੇ ਨਾਲ ਚਲੇ ਗਏ ਸੀ ਭਾਈ ਜਸਵੀਰ ਸਿੰਘ, ਜਗ ਜ਼ਾਹਰ ਹੈ ਇਹ ਕੋਈ ਪਰਦੇ ਵਿੱਚ ਨਹੀਂ ਹੈਗੀ ਹੁਣ ਗੱਲ। ਪਿੱਛੇ 10 ਸਾਲ ਪੰਜਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਰਹੇ ਨੇ ਭਾਈ ਜਸਵੀਰ ਸਿੰਘ, ਅਤੇ ਮੈਨੂੰ ਹੋਰ ਕਿਸੇ ਦੀ ਫਰਮਾਇਸ਼ ਹੀ ਨਹੀਂ ਸੀ ਪਾਉਣੀ ਪੈਂਦੀ। ਮੈਂ ਤਾਂ ਜੋ ਭਾਈ ਜਸਵੀਰ ਸਿੰਘ ਨੂੰ ਕਹਿੰਦਾ, ਜੋ ਮੈਂ ਚਾਹੁੰਦਾ ਮੈਨੂੰ ਉਹ ਲੈ ਕੇ ਦੇ ਸਕਦੇ ਸੀਗੇ, ਪਰ ਮੇਰੀ ਜ਼ਮੀਰ ਇਸ ਨੇ ਇਜਾਜ਼ਤ ਨਹੀਂ ਦਿੱਤੀ ਇਸ ਗੱਲ ਦੀ। ਸਵਾਲ ਤਾਂ ਉੱਠਿਆ ਨਾ ਕਿਉਂਕਿ ਤੁਹਾਡੇ ਪੁੱਤਰ ਵੱਲੋਂ ਹੀ ਸਟੇਜ ਦੇ ਉੱਪਰੋਂ ਇਹ ਗੱਲ ਕਹਿ ਦਿੱਤੀ। ਮੇਰਾ ਪੁੱਤਰ ਜ਼ਿੰਦਗੀ 'ਚ ਕਦੀ ਸਟੇਜ 'ਤੇ ਨਹੀਂ ਗਿਆ, ਉਹਦਾ ਰਾਜਨੀਤੀ ਨਾਲ ਕੋਈ ਵਾਹ ਵਾਸਤਾ ਨਹੀਂ। ਉਹਨੂੰ ਵਿਚਾਰੇ ਨੂੰ ਕੀ ਪਤਾ ਹੈ ਕਿ ਪੰਜਾਬ ਦੀ ਪੋਲੀਟਿਕਸ ਕੀ ਆ, ਮੋਰਚੇ ਦੇ ਪਿੱਛੇ ਕਿਹੜੀ ਪੋਲੀਟਿਕਸ ਚੱਲ ਰਹੀ ਆ, ਉਹਨੂੰ ਕੀ ਪਤਾ ਇਹਨਾਂ ਗੱਲਾਂ ਦਾ। ਉਹਦਾ ਤਾਂ ਇੱਕ ਇਸਤੇਮਾਲ ਟੂਲ ਦੇ ਤੌਰ 'ਤੇ ਇਹਨਾਂ ਨੇ ਕਰਨਾ ਸੀ, ਕਰ ਲਿਆ। ਅੱਜ ਵੀ ਤੁਸੀਂ ਉਹਨੂੰ ਪੁੱਛੋ ਵੀ ਉਹ ਸਟੇਜ 'ਤੇ ਖੜ੍ਹ ਕੇ ਕੋਈ 10 ਗੱਲਾਂ ਕਹਿ ਸਕਦਾ? ਨਹੀਂ ਕਹਿ ਸਕਦਾ, ਕਿਉਂਕਿ ਉਹਦਾ ਰਾਜਨੀਤੀ ਨਾਲ ਕੋਈ ਵਾਹ ਵਾਸਤਾ ਹੀ ਨਹੀਂ, ਪੜ੍ਹਿਆ ਲਿਖਿਆ ਨਹੀਂ ਹੈਗਾ ਉਹ ਕੋਈ ਬਹੁਤ ਜ਼ਿਆਦਾ, ਅਤੇ ਕੋਈ ਉਹਨੇ ਬਹੁਤ ਜ਼ਿਆਦਾ ਰਾਜਨੀਤੀ ਦੇ ਵਿੱਚ ਉਹਨੇ ਦਖਲ ਹੀ ਨਹੀਂ ਰੱਖਿਆ। ਉਹ ਤਾਂ ਪਿੰਡ ਦੀ ਸਰਪੰਚੀ ਵਿੱਚ ਵੀ ਦਖਲ ਨਹੀਂ ਦਿੰਦਾ ਕਦੀ। ਅਤੇ ਫਿਰ ਜੇ ਤੁਸੀਂ ਉਹਨੂੰ ਇੱਕ ਮੋਹਰਾ ਬਣਾ ਕੇ ਵਰਤ ਲਿਆ ਤਾਂ ਇਹਦਾ ਮਤਲਬ ਵੀ ਤੁਹਾਡੀ ਗਿਰਾਵਟ ਦੀ ਤਾਂ ਹੱਦ ਲੋਕਾਂ ਨੇ ਵੇਖ ਲਈ ਨਾ ਫਿਰ, ਅਤੇ ਫਿਰ ਤੁਹਾਨੂੰ ਜਵਾਬ ਵੀ ਦੇ ਦਿੱਤਾ ਲੋਕਾਂ ਨੇ, ਤੁਹਾਡੀ ਔਕਾਤ ਵੀ ਦਿਖਾਤੀ। ਧੰਨਵਾਦ ਟਿਬੜਵਾ ਸਾਹਿਬ। ਇਹ ਸਨ ਹਰਦੀਪ ਸਿੰਘ ਟਿਬੜਵਾ, ਜਿਨ੍ਹਾਂ ਨੇ ਅੱਜ ਸਾਡੇ ਨਾਲ ਗੱਲਬਾਤ ਕੀਤੀ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਉੱਪਰ ਇਹਨਾਂ ਨੇ ਵੱਡੇ ਸਵਾਲ ਉਠਾਏ ਨੇ। ਇਹਨਾਂ ਦਾ ਕਹਿਣਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਇਹਨਾਂ ਦੇ ਪੁੱਤਰ ਦਾ ਇਸਤੇਮਾਲ ਕੀਤਾ ਹੈ, ਗਲਤ ਤਰੀਕੇ ਨਾਲ ਇਸਤੇਮਾਲ ਕਰਦਿਆਂ ਹੋਇਆਂ ਸਟੇਜ 'ਤੇ ਬੁਲਾ ਕੇ ਇਹਨਾਂ ਦੇ ਜਿਹੜੇ ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਮੂਹਰੇ ਕਈ ਸਵਾਲ ਰੱਖੇ ਨੇ, ਜਿਨ੍ਹਾਂ ਦੇ ਵਿੱਚ ਨਵਰੀਤ ਦੀ ਸ਼ਹਾਦਤ ਦੇ ਨਾਲ ਸੰਬੰਧਿਤ ਸਵਾਲ ਵੀ ਨੇ। ਸ਼ਹਾਦਤ ਨੂੰ ਉਹ ਕਿਸ ਤਰ੍ਹਾਂ ਦੇਖਦੇ ਨੇ, ਇਹਨਾਂ ਨੇ ਜਿਹੜੇ ਸਵਾਲ ਰੱਖੇ ਨੇ ਉਹਨਾਂ ਦੇ ਜਵਾਬ ਵੀ ਇਹਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਤੋਂ ਮੰਗੇ ਨੇ। ਕੈਮਰਾਮੈਨ ਪਰਮਿੰਦਰ ਦੇ ਨਾਲ ਰਣਦੀਪ ਸਿੰਘ ਦਾ ਅਨਮਿਊਟ, ਚੰਡੀਗੜ੍ਹ।